स्वागत है जी तुहाडा मेरे यूट्यूब चैनल JGH एजुकेशन पॉइंट दे विच। हुण तक आपां सिंध घाटी दी सभ्यता, वैदिक सभ्यता, जैन मत, बुद्ध मत, मौर्य डायनेस्टी जां मौर्य साम्राज, चंद्रगुप्त मौर्य बारे, बिंदुसार, अशोक ते गुप्त काल दे विच आपां चंद्रगुप्त पहला ਅਤੇ ਸਮੁੰਦਰਗੁਪਤ ਬਾਰੇ ਪੜ੍ਹ ਚੁੱਕੇ ਹਾਂ। ਜਿਨ੍ਹਾਂ ਨੇ ਵੀ ਮੇਰੇ ਇਹ ਲੈਸਨ ਨਹੀਂ ਦੇਖੇ ਉਹ ਮੇਰੇ ਚੈਨਲ ਤੇ ਜਾ ਕੇ ਇਹਨਾਂ ਨੂੰ ਦੇਖ ਸਕਦਾ ਹੈ। ਅੱਜ ਆਪਾਂ ਚੰਦਰਗੁਪਤ ਵਿਕਰਮਾਦਿੱਤਿਆ ਜਾਂ ਚੰਦਰਗੁਪਤ ਦੂਜਾ ਬਾਰੇ ਪੜ੍ਹਾਂਗੇ। ਪਹਿਲਾਂ ਆਪਾਂ ਗੁਪਤ ਕਾਲ ਦੇ ਵਿੱਚ ਜਾਂ ਗੁਪਤ ਸਾਮਰਾਜ ਦੇ ਵਿੱਚ, ਗੁਪਤਾ ਏਜ ਦੇ ਵਿੱਚ ਚੰਦਰਗੁਪਤ ਪਹਿਲਾ ਅਤੇ ਸਮੁੰਦਰਗੁਪਤ ਬਾਰੇ ਪੜ੍ਹ ਚੁੱਕੇ ਹਾਂ। ਅੱਜ ਆਪਾਂ ਚੰਦਰਗੁਪਤ ਦੂਜਾ ਬਾਰੇ ਵਿਚਾਰ ਕਰਾਂਗੇ, ਦੇਖਾਂਗੇ। ਚਲੋ ਜੀ ਸ਼ੁਰੂ ਕਰਦੇ ਹਾਂ। ਚੰਦਰਗੁਪਤ ਦੂਜਾ ਗੁਪਤ ਵੰਸ਼ ਦਾ ਮਹਾਨ ਅਤੇ ਸ਼ਕਤੀਸ਼ਾਲੀ ਰਾਜਾ ਸੀ। ਇਹਨਾਂ ਦੇ ਪਿਤਾ ਦਾ ਨਾਮ ਸਮੁੰਦਰਗੁਪਤ, ਜਿਹੜਾ ਕਿ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ, ਸਮੁੰਦਰਗੁਪਤ, ਅਤੇ ਮਾਤਾ ਦਾ ਨਾਮ ਰਾਣੀ ਦੱਤ ਦੇਵੀ ਸੀ। ਏਰਨ ਅਭਿਲੇਖ ਵਿੱਚ ਸਮੁੰਦਰਗੁਪਤ ਨੂੰ ਪੁੱਤ ਪੋਤਰਿਆਂ ਵਾਲਾ ਵਿਅਕਤੀ ਦੱਸਿਆ ਗਿਆ ਹੈ। ਜਿਹੜਾ ਏਰਨ ਦਾ ਅਭਿਲੇਖ ਹੈ ਉਹਦੇ ਵਿੱਚ ਸਮੁੰਦਰਗੁਪਤ ਨੂੰ ਦੱਸਿਆ ਗਿਆ ਵੀ ਇਹ ਪੁੱਤ ਪੋਤਰਿਆਂ ਵਾਲਾ ਵਿਅਕਤੀ ਸੀ, ਪਰ ਸਾਨੂੰ ਉਸਦੇ ਕੇਵਲ 2 ਪੁੱਤਰਾਂ ਬਾਰੇ ਹੀ ਪਤਾ ਲੱਗਦਾ ਹੈ। ਤੇ ਇਹ ਸਨ, ਇਹ ਪੁੱਤਰ ਕੌਣ ਕੌਣ ਸੀ? ਪਹਿਲਾ ਸੀਗਾ ਰਾਮਗੁਪਤ ਤੇ ਦੂਜਾ ਸੀਗਾ ਚੰਦਰਗੁਪਤ। ਇਹਨਾਂ ਨੂੰ ਮਤਲਬ ਰਾਮਗੁਪਤ ਤੇ ਚੰਦਰਗੁਪਤ ਨੂੰ ਦੇਵਗੁਪਤ ਤੇ ਦੇਵਰਾਜ ਵੀ ਕਿਹਾ ਜਾਂਦਾ ਹੈ, ਜਾਂ ਇਹਨਾਂ ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ। ਦੇਵਗੁਪਤ ਤੇ ਦੇਵਰਾਜ ਦੇ ਨਾਂ ਦੇ ਨਾਲ ਵੀ ਪੁਕਾਰਿਆ ਜਾਂਦਾ ਕਈ ਜਗ੍ਹਾ ਦੇ ਉੱਪਰ। ਇਹ ਮੰਨਿਆ ਜਾਂਦਾ ਹੈ ਕਿ ਰਾਮਗੁਪਤ ਨੇ ਸ਼ਕ ਰਾਜੇ ਰੁਦਰ ਸਿੰਘ ਤੀਜੇ ਪਾਸੋਂ ਹਾਰ ਕੇ ਸੰਧੀ ਕੀਤੀ ਸੀ। ਸਮੁੰਦਰਗੁਪਤ ਦੇ 2 ਪੁੱਤਰ ਸੀਗੇ, ਰਾਮਗੁਪਤ, ਤੇ ਮੰਨਿਆ ਜਾਂਦਾ ਵੀ 2 ਪੁੱਤਰ ਸੀਗੇ, ਰਾਮਗੁਪਤ ਤੇ ਚੰਦਰਗੁਪਤ। ਤੇ ਰਾਮਗੁਪਤ ਨੇ ਸ਼ਕ ਰਾਜੇ ਰੁਦਰ ਸਿੰਘ ਤੀਜੇ ਪਾਸੋਂ ਹਾਰ ਕੇ ਸੰਧੀ ਕੀਤੀ ਸੀ, ਮਤਲਬ ਸੰਧੀ ਕਰ ਲਈ ਸੀ, ਜਿਹੜੀ ਕਿ ਗੁਪਤ ਪਰੰਪਰਾਵਾਂ ਦੇ ਬਿਲਕੁਲ ਵਿਰੁੱਧ ਸੀ। ਜਿਹੜੀ ਕਿ ਗੁਪਤ ਪਰੰਪਰਾਵਾਂ ਦੇ ਬਿਲਕੁਲ ਵਿਰੁੱਧ ਸੀ। ਇਹ ਮੰਨਿਆ ਗਿਆ ਹੈ ਕਿ ਚੰਦਰਗੁਪਤ ਦੂਜੇ ਨੇ ਪਹਿਲਾਂ ਸ਼ਕ ਰਾਜੇ ਨੂੰ ਹਰਾਇਆ ਅਤੇ ਫਿਰ ਆਪਣੇ ਭਰਾ ਨੂੰ ਕਤਲ ਕੀਤਾ ਤੇ ਗੱਦੀ ਉੱਤੇ ਕਬਜ਼ਾ ਕਰ ਲਿਆ। ਦੇਖੋ, ਗੁਪਤ ਸਾਮਰਾਜ ਵਿੱਚ ਸੀ ਇਹ, ਉਹਨਾਂ ਦਾ ਵਿਚਾਰ ਸੀ ਵੀ ਕਿਸੇ ਨਾਲ ਸੰਧੀ ਨਹੀਂ ਕਰਨੀ, ਤੇ ਰਾਮਗੁਪਤ ਨੇ ਸੰਧੀ ਕਰ ਲਈ ਸੀ, ਜਿਹਦੇ ਆਧਾਰ ਤੇ ਕੀ ਹੋਇਆ, ਚੰਦਰਗੁਪਤ ਦੂਜੇ ਨੇ ਆਪਣੇ ਭਰਾ ਰਾਮਗੁਪਤ ਨੂੰ ਮਾਰਤਾ ਤੇ ਆਪ ਤੇ ਦੂਸਰੇ ਪਾਸੇ ਸ਼ਕ ਰਾਜੇ ਜਿਹੜੇ ਸੀਗੇ ਰਾਜਾ ਰੁਦਰ ਸਿੰਘ ਨੂੰ ਹਰਾਤਾ। ਠੀਕ ਹੈ, ਹਰਾ ਕੇ ਆਪ ਗੱਦੀ ਦੇ ਉੱਪਰ ਕਬਜ਼ਾ ਕਰ ਲਿਆ। ਚੰਦਰਗੁਪਤ ਨੇ ਆਪਣੇ ਰਾਜ ਨੂੰ ਮਜ਼ਬੂਤ ਕਰਨ ਲਈ, ਮਤਲਬ ਚੰਦਰਗੁਪਤ ਦੂਜਾ ਦੀ ਗੱਲ ਕਰ ਰਹੇ ਹਾਂ ਆਪਾਂ, ਚੰਦਰਗੁਪਤ ਦੂਜਾ ਨੇ ਆਪਣੇ ਰਾਜ ਨੂੰ ਮਜ਼ਬੂਤ ਕਰਨ ਲਈ ਨਾਗਵੰਸ਼ ਅਤੇ ਵਾਕਾਟਕ ਵੰਸ਼ਾਂ ਨਾਲ ਵਿਆਹ ਸੰਬੰਧ ਕਾਇਮ ਕੀਤੇ। ਚੰਦਰਗੁਪਤ ਦੂਜੇ ਨੇ ਆਪਣੇ ਰਾਜ ਨੂੰ ਮਜ਼ਬੂਤ ਕਰਨ ਲਈ ਨਾਗਵੰਸ਼ ਤੇ ਵਾਕਾਟਕ ਵੰਸ਼ਾਂ ਨਾਲ ਵਿਆਹ ਸੰਬੰਧ ਕਾਇਮ ਕੀਤੇ, ਮਤਲਬ ਉਹਨਾਂ ਨਾਲ ਵਿਆਹੁਤਾ ਸੰਬੰਧ ਕਾਇਮ ਕਰ ਲਏ ਸੀ ਨੇ। ਉਸਨੇ ਨਾਗਵੰਸ਼ ਦੀ ਲੜਕੀ ਕੁਬੇਰ ਨਾਗ ਨਾਲ ਵਿਆਹ ਕੀਤਾ। ਜਿਹੜੇ ਨਾਗਵੰਸ਼ ਸੀਗੇ ਉਸ ਜ਼ਮਾਨੇ ਦਾ ਇੱਕ ਪ੍ਰਸਿੱਧ ਵੰਸ਼ ਸੀ, ਸ਼ਕਤੀਸ਼ਾਲੀ ਵੰਸ਼ ਸੀ ਉਸ ਸਮੇਂ ਦਾ ਇੱਕ ਨਾਗਵੰਸ਼। ਠੀਕ ਹੈ, ਉਹਨਾਂ ਦੀ ਲੜਕੀ ਸੀਗੀ ਕੁਬੇਰ ਨਾਗ, ਉਹਦੇ ਨਾਲ ਇਹਨੇ ਆਪ ਵਿਆਹ ਕਰ ਲਿਆ ਸੀ। ਨਾਗਵੰਸ਼ ਨੇ ਭਾਵੇਂ ਕਿ
ਸਮੁੰਦਰਗੁਪਤ ਦੇ ਹੱਥੋਂ ਉੱਤਰੀ ਭਾਰਤ ਵਿੱਚ ਹਾਰ ਖਾਧੀ ਸੀ, ਪਰ ਪੱਛਮੀ ਤੇ ਦੱਖਣੀ ਭਾਰਤ ਵਿੱਚ ਉਹਨਾਂ ਦਾ ਦਬਦਬਾ ਅਜੇ ਵੀ ਬਣਿਆ ਹੋਇਆ ਸੀ। ਆਪਾਂ ਪਹਿਲਾਂ ਸਮੁੰਦਰਗੁਪਤ ਦੇ ਵਿੱਚ ਪਾਠ 'ਚ ਪੜ੍ਹਿਆ ਏ, ਲੈਸਨ 'ਚ ਪੜ੍ਹਿਆ ਏ ਵੀ ਨਾਗਵੰਸ਼ ਦੇ ਰਾਜਿਆਂ ਨੇ ਸਮੁੰਦਰਗੁਪਤ ਦੇ ਹੱਥੋਂ ਹਾਰ ਖਾਧੀ ਸੀ, ਪਰ ਜੇ ਗੱਲ ਕਰੀਏ ਆਪਾਂ ਤਾਂ ਪੱਛਮੀ ਤੇ ਦੱਖਣੀ ਭਾਰਤ ਵਿੱਚ ਉਹਨਾਂ ਦਾ ਦਬਦਬਾ ਅਜੇ ਵੀ ਬਣਿਆ ਹੋਇਆ ਸੀ। ਇਹਨੂੰ ਦੇਖਦੇ ਹੋਏ ਕੀ ਹੋਇਆ, ਆਪਣਾ ਚੰਦਰਗੁਪਤ ਦੂਜੇ ਨੇ ਉਹਨਾਂ ਨਾਲ ਵਿਆਹੁਤਾ ਸੰਬੰਧ ਕਾਇਮ ਕਰ ਲਏ, ਉਹਨਾਂ ਦੀ ਬੇਟੀ ਨਾਲ ਵਿਆਹ ਕਰ ਲਿਆ ਤੇ ਨਾਗਵੰਸ਼ ਵਾਂਗ ਵਾਕਾਟਕ ਵੰਸ਼ ਵੀ ਉਸ ਵੇਲੇ ਇੱਕ ਮਹਾਨ ਵੰਸ਼ ਸੀ। ਜਿਵੇਂ ਕਿ ਨਾਗਵੰਸ਼ ਸ਼ਕਤੀਸ਼ਾਲੀ ਤੇ ਮਹਾਨ ਵੰਸ਼ ਸੀ, ਉਸ ਸਮੇਂ ਵਾਕਾਟਕ ਵੰਸ਼ ਵੀ ਇੱਕ ਮਹਾਨ ਵੰਸ਼ ਸੀ। ਇਸਨੇ ਦੱਖਣ ਪੱਛਮ ਵਿੱਚ ਇੱਕ ਸ਼ਕਤੀਸ਼ਾਲੀ ਰਾਜ ਕਾਇਮ ਕਰ ਲਿਆ ਸੀ। ਕਿਹਨੇ? ਵਾਕਾਟਕ ਵੰਸ਼ ਨੇ। ਚੰਦਰਗੁਪਤ ਨੇ ਆਪਣੀ ਲੜਕੀ ਪ੍ਰਭਾਵਤੀ, ਮੈਂ ਪਿੱਛੇ ਹੀ ਪੜ੍ਹਾਇਆ ਸੀ, ਚੰਦਰਗੁਪਤ ਦੂਜੇ ਨੇ ਆਪਣੀ ਲੜਕੀ ਪ੍ਰਭਾਵਤੀ ਗੁਪਤ ਦਾ ਵਿਆਹ ਵਾਕਾਟਕ ਨਰੇਸ਼ ਪ੍ਰਿਥਵੀ ਸੇਨ ਪਹਿਲੇ ਦੇ ਸਾਹਮਣੇ ਉਹਦਾ ਪ੍ਰਸਤਾਵ ਰੱਖਿਆ। ਠੀਕ ਹੈ, ਚੰਦਰਗੁਪਤ ਨੇ ਆਪਣੀ ਲੜਕੀ ਪ੍ਰਭਾਵਤੀ ਗੁਪਤ ਦਾ ਵਿਆਹ ਵਾਕਾਟਕ ਨਰੇਸ਼ ਪ੍ਰਿਥਵੀ ਸੇਨ ਦੇ ਪਹਿਲੇ ਦੇ ਸਾਹਮਣੇ ਇਹਦਾ ਪ੍ਰਸਤਾਵ ਰੱਖਿਆ। ਉਸਨੇ ਇਹ ਰਿਸ਼ਤਾ ਆਪਣੇ ਪੁੱਤਰ ਰੁਦਰਸੇਨ ਲਈ ਸਵੀਕਾਰ ਕਰ ਲਿਆ। ਠੀਕ ਹੈ, ਵਾਕਾਟਕ ਨਰੇਸ਼ ਸੀਗਾ ਪ੍ਰਿਥਵੀ ਸੇਨ, ਉਹਦੇ ਸਾਹਮਣੇ ਚੰਦਰਗੁਪਤ ਨੇ ਪ੍ਰਸਤਾਵ ਰੱਖਿਆ ਤੇ ਉਹਨੇ ਇਹ ਪ੍ਰਸਤਾਵ ਨੂੰ ਮਨਜ਼ੂਰ ਕਰ ਲਿਆ। ਕਿਹਦੇ ਵਾਸਤੇ? ਆਪਣੇ ਪੁੱਤਰ ਰੁਦਰਸੇਨ ਵਾਸਤੇ। ਇਸ ਤੋਂ ਬਿਨਾਂ ਚੰਦਰਗੁਪਤ ਦੂਜੇ ਨੇ ਆਪਣੇ ਪੁੱਤਰ ਕੁਮਾਰ ਗੁਪਤ ਪਹਿਲੇ ਦਾ ਵਿਆਹ ਕੁੰਤਲ ਨਰੇਸ਼ ਦੀ ਪੁੱਤਰੀ ਨਾਲ ਕਰ ਦਿੱਤਾ। ਇਹ ਉਸ ਸਮੇਂ ਦੇ ਜਿਹੜੇ ਸੀਗੇ ਮਹਾਨ ਤੇ ਸ਼ਕਤੀਸ਼ਾਲੀ ਵੰਸ਼ ਸੀ, ਉਹਨਾਂ ਨਾਲ ਇਹਨੇ ਚੰਗੇ ਸੰਬੰਧ ਜਾਂ ਵਿਆਹੁਤਾ ਸੰਬੰਧ ਕਾਇਮ ਕਰ ਰਹੇ ਸੀਗੇ। ਠੀਕ ਹੈ, ਹੁਣ ਗੱਲ ਕਰਦੇ ਹਾਂ ਚੰਦਰਗੁਪਤ ਦੀਆਂ ਜਿੱਤਾਂ ਬਾਰੇ। ਪਹਿਲਾ ਹੈਗਾ ਗੁਜਰਾਤ ਦੇ ਕਾਠੀਆਵਾੜ ਨਾਲ ਯੁੱਧ। ਸਮੁੰਦਰਗੁਪਤ ਨੇ ਉੱਤਰੀ ਤੇ ਦੱਖਣੀ ਭਾਰਤ ਦੇ ਕਈ ਰਾਜਾਂ ਦਾ ਦਮਨ ਕੀਤਾ। ਉੱਤਰੀ ਤੇ ਦੱਖਣੀ ਰਾਜਾਂ ਦਾ ਦਮਨ ਕੀਤਾ ਸੀਗਾ ਸਮੁੰਦਰਗੁਪਤ ਨੇ। ਉਸਨੇ ਪੱਛਮੀ ਭਾਰਤ ਦੇ ਸ਼ੱਕਾਂ ਪ੍ਰਤੀ ਕੋਈ ਕਾਰਵਾਈ ਨਹੀਂ ਸੀ ਕੀਤੀ। ਉੱਤਰੀ ਤੇ ਦੱਖਣੀ ਪਾਸੇ ਤਾਂ ਗਿਆ, ਪਰ ਪੱਛਮੀ ਭਾਰਤ ਦੇ ਸ਼ੱਕਾਂ ਪ੍ਰਤੀ ਕੋਈ ਕਾਰਵਾਈ ਉਸਨੇ ਨਹੀਂ ਕੀਤੀ ਸੀ। ਸੋ ਸਮੁੰਦਰਗੁਪਤ ਦਾ ਅਧੂਰਾ ਕੰਮ ਉਸਦੇ ਪੁੱਤਰ ਨੂੰ ਕਰਨਾ ਪਿਆ। ਚੰਦਰਗੁਪਤ ਦੂਜਾ ਨੇ 388 ਈਸਵੀ ਵਿੱਚ ਸ਼ੱਕਾਂ ਉੱਤੇ ਹਮਲਾ ਕਰ ਦਿੱਤਾ। ਇਹ ਯੁੱਧ 410 ਈਸਵੀ ਤੱਕ ਜਾਰੀ ਰਿਹਾ। ਬਟ 88 ਤੋਂ ਲੈ ਕੇ 410 ਤੱਕ ਇਹ ਯੁੱਧ ਜਾਰੀ ਰਿਹਾ, ਚੱਲਦਾ ਰਿਹਾ। ਇਸ ਯੁੱਧ ਵਿੱਚ ਸ਼ੱਕ ਰਾਜਾ ਰੁਦਰ ਸਿੰਘ ਤੀਜਾ ਬੁਰੀ ਤਰ੍ਹਾਂ ਹਾਰਿਆ ਅਤੇ ਮਾਰਿਆ ਗਿਆ। ਹਾਰ ਵੀ ਗਿਆ ਤੇ ਮਾਰੇ, ਬੁਰੀ ਤਰ੍ਹਾਂ ਹਰਾਇਆ ਉਹਨੂੰ। ਇੰਨਾ ਸਾਲ ਚੱਲਦਾ ਰਿਹਾ ਤੇ ਬੁਰੀ ਤਰ੍ਹਾਂ ਹਰਾਇਆ ਤੇ ਬਾਅਦ 'ਚ ਇਹ ਮਾਰਿਆ ਵੀ ਗਿਆ। ਇਸ ਯੁੱਧ ਦੇ ਪਿੱਛੋਂ ਹੀ ਚੰਦਰਗੁਪਤ ਦੂਜੇ ਨੇ ਵਿਕਰਮਾਦਿੱਤਿਆ, ਹੁਣ ਆਪਾਂ ਲਿਖਿਆ ਹੋਇਆ ਚੰਦਰਗੁਪਤ ਵਿਕਰਮਾਦਿੱਤਿਆ ਜਾਂ ਚੰਦਰਗੁਪਤ ਦੂਜਾ, ਇਹਨੂੰ ਚੰਦਰਗੁਪਤ ਦੂਜਾ ਵੀ ਕਹਿ ਦਿੰਦੇ ਆ ਤੇ ਚੰਦਰਗੁਪਤ ਵਿਕਰਮਾਦਿੱਤਿਆ ਵੀ ਕਿਹਾ ਜਾਂਦਾ ਹੈ। ਕਿਹੜੀ ਜੰਗ ਤੋਂ ਬਾਅਦ ਇਹਨੂੰ ਉਪਾਧੀ ਮਿਲੀ ਸੀਗੀ, ਇਹ ਧਾਰਨ ਕੀਤੀ ਸੀ ਇਹਨੇ? ਗੁਜਰਾਤ ਦੇ ਕਾਠੀਆਵਾੜ ਨਾਲ ਯੁੱਧ ਤੋਂ ਬਾਅਦ, ਜਦੋਂ ਸ਼ੱਕ ਰਾਜਾ ਰੁਦਰਸੇਨ ਇਹਨੇ ਰੁਦਰ ਸਿੰਘ ਮਾਰਤਾ ਸੀ ਤੀਜਾ, ਤਾਂ ਇਸਨੇ ਵਿਕਰਮਾਦਿੱਤਿਆ ਦੀ ਉਪਾਧੀ ਧਾਰਨ ਕੀਤੀ। ਵਿਕਰਮਾਦਿੱਤਿਆ ਦਾ ਅਰਥ ਹੁੰਦਾ ਹੈ ਵੀਰਤਾ ਦਾ ਸੂਰਜ, ਅਤੇ ਸ਼ਕਾਰੀ ਭਾਵ ਸ਼ੱਕਾਂ ਦਾ ਕਤਲ ਕਰਨ ਵਾਲਾ। ਇਹ ਵੀ ਕਈ ਥਾਂ ਦੇ ਉੱਪਰ ਲਿਖਿਆ ਜਾਂਦਾ, ਸ਼ਾਕਾਰੀ ਵੀ ਕਹਿੰਦਾ, ਸ਼ਾਕਾਰੀ ਤੇ ਵਿਕਰਮਾਦਿੱਤਿਆ। ਠੀਕ ਹੈ, ਦੋ ਉਪਾਧੀਆਂ ਧਾਰਨ ਕੀਤੀਆਂ ਨੇ, ਇੱਕ ਤਾਂ ਸ਼ਾਕਾਰੀ ਦੀਆਂ ਤੇ ਦੂਜਾ ਵਿਕਰਮਾਦਿੱਤਿਆ ਦੀਆਂ ਉਪਾਧੀਆਂ ਨੇ ਧਾਰਨ ਕੀਤੀਆਂ। ਇਹਨੂੰ ਸ਼ੱਕਾਂ ਦਾ ਕਤਲ ਕਰਨ ਵਾਲਾ ਵੀ ਕਿਹਾ ਜਾਂਦਾ।
इस जित नाल उज्जैन वर्गा विशाल शहर चंद्रगुप्त दूजे दी राज विच आ गया सी। उज्जैन वर्गा विशाल शहर चंद्रगुप्त दूजे दे राज विच शामिल हो गया सी। इसने इसनूं अपनी दूसरी राजधानी बना लिया। ठीक है, आगे चलते हैं। वंग दी जित। प्राचीन समय विच बंगाल नूं ही वंग दे नां नाल जाने जांदा सी। बंगाल नूं ही वंग दे नां नाल जाने जांदा सी। चंद्रगुप्त ने उत्थे दे बागी सरदारां नूं दबाया ते इलाका अपने राज विच मिला लिया। इस जित का सबूत सानू महरौली दी लोहे दी लाठ, ये शरी लिखन च मिस्टेक होगी, ये लाठ है, लोहे दी लाठ तो मिलता है। महरौली दी लोहे दी लाठ तो मिलता है। उस विच साफ लिखिया होया है कि चंद्रा नामक राजे ने, चंद्र भी हो सकता है, चंद्र नामक राजे ने चंद्र नामक राजे ने, लिखण च मिस्टेक हुई भी है, चंद्र नामक राजे ने एक सफल मुहिम चलाई ते सरदारां नूं दबाया। ठीक, सरदारां नूं दबा के एक मुहिम चलाई, जिहड़ा उत्थे विद्रोह फैलिया होया सी, सरदार जिहड़े हैगे सीगे ओह विद्रोह कर रहे सीगे ते उन्हां नूं दबा के उत्थे अपना इहने बंगाल दे विच जां वंग दे विच अपना राज कायम करता जां अपने अंडर उन्होंने कर लिया। ठीक है, अगे वाहलीक दी जित। चंद्रगुप्त ने सिंध दे मुहाने दियां 7 शाखां नूं पार करके वाहलीक जाति नूं हराया। ये वाहलीक एक जाति सी। ठीक है, इहदी जाति बारे कुछ मतभेद देखने को मिलते हैं। कुछ विद्वानां मुताबिक ये बल्ख ते बैक्टीरिया विच रहन वाली जाति सी। बल्ख ते बैक्टीरिया दो इलाके ने भी उत्थे रहने वाली जाति है ये, पर इसनूं पंजाब दे किसी हिस्से विच रहन वाली अर्ध विदेशी जाति ज़्यादा मन्निया जाता है। ज़्यादा की मन्निया जाता है भी पंजाब दे हिस्से विच रहन वाली जाति है ये ते अर्ध विदेशी जाति है ये। ठीक है, ये मन्निया जाता है। गल करते हैं राज के विस्तार की। इसका साम्राज पूरब विच ब्रह्मपुत्र नदी तो लैके पच्छम विच पंजाब तक अते उत्तर विच हिमालय तो लैके पच्छम विच अरब सागर तक फैलिया होया सी। दोबारा पढ़ते हैं एक बारी। इसका साम्राज पूरब विच ब्रह्मपुत्र नदी तो लैके पच्छम विच पंजाब तक अते उत्तर विच हिमालय तो लैके पच्छम विच अरब सागर तक फैलिया होया सी। चंद्रगुप्त दूजे ने अपनियां 2 राजधानियां बनाईयां सीगियां। एक तो उज्जैन सी ते दूजी पहले ही किहड़ी सी कि पाटलीपुत्र। पहली पाटलीपुत्र ते दूसरी उज्जैन। फाहियान एक चीनी यात्री सी। ਉਹ ਚੰਦਰਗੁਪਤ ਦੂਜਾ ਦੇ ਸ਼ਾਸਨ ਕਾਲ ਵਿੱਚ ਬੌਧੀ ਸਾਹਿਤ ਦਾ ਅਧਿਐਨ ਅਤੇ ਬੌਧੀ ਤੀਰਥ ਸਥਾਨਾਂ ਦੀ ਯਾਤਰਾ ਕਰਨ ਭਾਰਤ ਆਇਆ ਸੀ। ਜਿਹੜਾ ਫਾਹੀਆਨ ਸੀ ਉਹ ਚੰਦਰਗੁਪਤ ਦੂਜਾ ਦੇ ਸ਼ਾਸਨ ਕਾਲ ਵਿੱਚ ਭਾਰਤ ਵਿੱਚ ਆਇਆ ਸੀ। ਕਈ ਵਾਰ ਆ ਜਾਂਦਾ ਹੁੰਦਾ ਵੀ ਫਾਹੀਆਨ ਕਿਸ ਦੇ ਸ਼ਾਸਨ ਕਾਲ ਦੇ ਵਿੱਚ ਕਿਸ ਦੇ ਸਮੇਂ ਭਾਰਤ ਵਿੱਚ ਆਇਆ। ਤੁਸੀਂ ਕਹਿ ਸਕਦੇ ਹੋ ਵੀ ਫਾਹੀਆਨ ਚੰਦਰਗੁਪਤ ਦੂਜਾ ਜਾਂ ਚੰਦਰਗੁਪਤ ਵਿਕਰਮਾਦਿੱਤਿਆ ਦੇ ਸ਼ਾਸਨ ਕਾਲ ਵਿੱਚ ਭਾਰਤ ਵਿੱਚ ਆਇਆ ਸੀ। ਫਾਹੀਆਨ ਦਾ ਜਨਮ ਚੀਨ ਦੇ ਵੂਯੰਗ ਨਾਂ ਦੀ ਥਾਂ ਤੇ ਹੋਇਆ। ਉਸ ਦੇ ਬਚਪਨ ਦਾ ਨਾਂ ਕੁੰਗ ਸੀ। ਉਸ ਦੀ ਬੁੱਧ ਧਰਮ ਦੇ ਵਿੱਚ ਜ਼ਿਆਦਾ ਆਸਥਾ ਸੀ, ਇਸ ਲਈ ਉਸਨੇ ਬੁੱਧ ਮੱਠ ਵਿੱਚ ਜੀਵਨ ਬਿਤਾਉਣ ਦਾ फैसला किया। कोई उहदे लाइफ दे विच कोई गल हुई सी जिहदे नाल उहदी बुद्ध धर्म दे विच आस्था ज़्यादा वागी थी ते या आस्था ज़्यादा होने दे नाल उसने निर्णय कर लिया सी मैं बुद्ध मठ दे विच ही रहांगा। इस करके
बुद्ध मठ के विच रहन दे करके उहदा नां कुंग तो फाहीयान पै गया, जिसका शब्दी अर्थ हुंदा है धर्म आचार्य। बुद्ध धर्म संबंधी ज्ञान प्राप्त करने लई ओह 399 ईस्वी विच भारत वल आया। 405 ईस्वी विच भारत पहुंचया। फाहीयान ने सब तो पहला उत्तर पश्चिमी भारत के मुख्य शहर तक्षशिला, फिर पिशावर आदि देखे। इस तो मगरों उसने मथुरा, सारनाथ, कांसी, कनौज, कपिलवस्तु ते पाटलिपुत्र आदि बौद्धिक तीर्थां की यात्रा की। मकसद इहदा यही सी भारत विच जाके बुद्ध ਸਾਹਿਤ का अध्ययन करना ते बुद्ध धार्मिक स्थानों की यात्रा करना। ਉਹ ਪਾਟਲੀਪੁੱਤਰ ਵਿੱਚ 3 ਸਾਲ ਰਿਹਾ। ਇੱਥੋਂ ਉਹ ਲੰਕਾ, ਜਾਵਾ, ਸੁਮਾਤਰਾ ਆਦि ਤੋਂ ਹੁੰਦਾ ਹੋਇਆ 414 ਈਸਵੀ ਵਿੱਚ ਚੀਨ ਨੂੰ ਵਾਪਸ ਮੁੜ ਗਿਆ। ਉਸਨੇ ਆਪਣੀ ਯਾਤਰਾ ਦਾ ਵਰਣਨ ਆਪਣੀ ਪੁਸਤਕ ਫੂ ਕੋ ਕੀ ਵਿੱਚ ਕੀਤਾ ਹੈ। ਕਈ ਵਾਰ ਆ ਜਾਂਦਾ ਹੈ ਵੀ फाहीयान द्वारा लिखी पुस्तक जिहदे विच भारत की यात्रा का अखी डिठा वर्णन किया गया है, उसका नाम की है, तुसीं लिख सकते हो, उसका नाम है फू को की। हुण गल करते हैं आपां कालीदास की। चंद्रगुप्त विक्रमादित्य दे शासन काल विच साहित्य का बहुत विकास होया। संस्कृत का मशहूर विद्वान ते महाकवि कालीदास उसदे राज का शिंगार सी। कालीदास ने सानू मेघदूत, रघुवंश, शकुंतला आदि वर्गे मशहूर नाटक दिते, जिहड़े कि अज भी संस्कृत साहित्य का मान हैं। ठीक है जी। कालीदास भी चंद्रगुप्त विक्रमादित्य के समय में होया है, ये भी तुसी नोट कर सकते हो। मैनूं उम्मीद है तुहानूं ये पढ़ाया होया समझ आ गया होगा, तुसी इस नोट कर सकते हो। तुहाडा बहुत बहुत धन्यवाद।